हाँ जी स्टूडेंट सत श्री अकाल 28 तरीक ਨੂੰ ਹੋਣ ਵਾਲਾ ਜਿਹੜਾ ਤੁਹਾਡਾ ਪ੍ਰੀ ਬੋਰਡ ਦਾ ਐਗਜ਼ਾਮ ਹੈ ਉਹਦੇ ਵਾਸਤੇ ਹੈ ਨਾ ਇੰਪੋਰਟੈਂਟ ਕੁਐਸਚਨ ਦਾ ਇੱਕ ਸੈਂਪਲ ਪੇਪਰ ਹੋਊਗਾ ਮੋਡਲ ਟੈਸਟ ਪੇਪਰ ਅੱਜ ਆਪਾਂ ਉਹਨੂੰ ਡਿਸਕਸ ਕਰਾਂਗੇ ਠੀਕ ਹੈ ਜੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਦੋ ਤਿੰਨ ਗੱਲਾਂ ਤੁਹਾਨੂੰ ਕਲੀਅਰ ਕਰ ਦਵਾਂ ਠੀਕ ਹੈ ਜੀ ਤੇ ਜਿਵੇਂ ਇਹ ਤਾਂ ਆਪਾਂ ਦੇਖੋ 28 ਤਰੀਕ ਦਾ ਜਿਹੜਾ ਪੇਪਰ ਹੈ ਉਸ ਚੀਜ਼ ਨੂੰ ਆਪਾਂ ਲੈ ਕੇ ਫੋਕਸ ਕਰ ਰਹੇ ਹਾਂ ਪ੍ਰੀ ਬੋਰਡ ਨੂੰ ਲੈ ਕੇ ਫੋਕਸ ਕਰਾਂਗੇ ਜਿੰਨੀ ਵੀ ਵੀਡੀਓ ਹੋਏਗੀ ਠੀਕ ਹੈ ਤੇ ਪਲੱਸ ਹਰ ਇੱਕ ਕੁਐਸਚਨ ਦਾ ਇੱਥੇ ਗਿਆ ਤੁਹਾਨੂੰ ਸੋਲੂਸ਼ਨ ਮਿਲੇਗਾ ਐ ਨਹੀਂ ਹੈ ਕਿ ਕੋਈ ਕੁਐਸਚਨ ਇਦਾਂ ਬਸ ਤੁਹਾਨੂੰ ਕੁਐਸਚਨ ਦੀ ਵੀਡੀਓ ਦਿਖਾ ਦੂੰਗਾ ਤੇ ਆਨਸਰ ਦੱਸ ਦੂੰਗਾ ਨਹੀਂ ਹਰ ਇੱਕ ਕੁਐਸਚਨ ਨੂੰ ਕੋਸ਼ਿਸ਼ ਕਰੂੰਗਾ ਤੁਹਾਨੂੰ ਐਕਸਪਲੇਨ ਕਰਾਂ ਇਸ ਕਰਕੇ ਵੀਡੀਓ ਦਾ ਹਰ ਇੱਕ ਕੁਐਸਚਨ ਨੂੰ ਧਿਆਨ ਨਾਲ ਸਮਝਣਾ ਕੁਐਸਚਨ ਦੀ ਐਕਸਪਲੇਨੇਸ਼ਨ ਦਊਂਗਾ ਕੋਈ ਵੀ ਕੁਐਸਚਨ ਦਾ ਸਕਰੀਨਸ਼ਾਟ ਆਨਸਰ ਲੈ ਕੇ ਮੈਂ ਸਕਰੀਨਸ਼ਾਟ ਨਹੀਂ ਲਾਇਆ ਹੋਇਆ ਹਰ ਇੱਕ ਕੁਐਸਚਨ ਬਕਾਇਦਾ ਸੋਲਵ ਕਰਕੇ ਦਊਂਗਾ ਦੂਜੀ ਗੱਲ ਤੀਜੀ ਗੱਲ ਫਾਈਨਲ ਐਗਜ਼ਾਮ ਦੇ ਲਈ ਹੈ ਨਾ 28 ਤੋਂ ਬਾਅਦ ਉਸ ਤੋਂ ਬਾਅਦ ਤੁਹਾਡੇ ਫਾਈਨਲ ਐਗਜ਼ਾਮ ਵੀ ਤੇ ਹੋਣੇ ਫਿਜ਼ਿਕਸ ਕੈਮਿਸਟਰੀ ਮੈਥ ਜਿਹੜਾ 19 ਫਰਵਰੀ ਤੋਂ ਸਟਾਰਟ ਹੋ ਰਹੇ ਨੇ ਤਾਂ ਗਵਰਨਮੈਂਟ ਵੱਲੋਂ ਤੁਸੀਂ ਦੇਖਿਆ ਹੋਏਗਾ ਸੀਪੀ ਤੁਹਾਡੇ ਗਰੁੱਪ 'ਚ ਆ ਗਈ ਹੋਏਗੀ ਜੀ ਲਗਭਗ 63 ਪੇजेस ਦੀ ਇਹ ਪੀਡੀਐਫ ਹੈ ਇੰਪੋਰਟੈਂਟ ਕੁਐਸਚਨ ਮੇਰੇ ਹਿਸਾਬ ਨਾਲ ਅਗਰ ਤੁਸੀਂ ਆਹ ਪੀਡੀਐਫ ਕੰਪਲੀਟ ਕਰ ਲਈ ਨਾ ਤਾਂ ਤੁਹਾਡਾ ਕੋਈ ਵੀ ਕੁਐਸਚਨ ਮਤਲਬ ਐਦਾਂ ਨਹੀਂ ਹੋਊਗਾ ਤੁਹਾਡਾ ਬੋਰਡ 'ਚ ਨਾ ਹੋਵੇ ਮੈਂ ਗਰੰਟੀ ਲੈਣਾ 100 ਚੋਂ 100 ਮਾਰਕ ਤੁਹਾਡੇ ਹੋ ਜਾਣਗੇ ਸਕੋਰ ਹੁਣ ਸੀਈਪੀ ਨੂੰ ਕਰਨਾ ਕੀ ਹੈ 28 ਤਰੀਕ ਤੋਂ ਬਾਅਦ ਜਦੋਂ ਤੁਹਾਡਾ ਪੇਪਰ ਸਟਾਰਟ ਹੋਏਗਾ ਉਸ ਤੋਂ ਬਾਅਦ ਆਪਾਂ ਇਹ ਸੈਸ਼ਨ ਵੀ ਸਟਾਰਟ ਕਰਾਂਗੇ ਸੀਈਪੀ ਪੂਰਾ ਕੁਐਸਚਨ ਪੇਪਰ ਸੋਲਵ ਕਰਵਾਉਂਗਾ ਨਾਟ ਓਨਲੀ ਮੈਥਮੈਟਿਕਸ ਫਿਜ਼ਿਕਸ ਕੈਮਿਸਟਰੀ ਪਲੱਸ ਮੈਥ ਇਹ ਤਿੰਨਾਂ ਦਾ ਹੀ ਸੀਏਪੀ ਸਾਡੇ ਕੋਲ ਹੈਗੀ ਹੈ ਜਿਨ੍ਹਾਂ ਦੇ ਤਿੰਨਾਂ ਦੇ ਪਰਫੈਕਟ ਵੇ ਨਾਲ ਆਪਾਂ ਤੁਹਾਨੂੰ ਸੋਲੂਸ਼ਨ ਦੇਵਾਂਗੇ ਹਰ ਚੀਜ਼ ਐਕਸਪਲੇਨ ਕਰੂੰਗਾ ਠੀਕ ਹੈ ਇਸ ਕਰਕੇ ਵੀਡੀਓ ਨੂੰ ਕੀ ਕਰਕੇ ਰੱਖ ਲਓ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰ ਦਿਓ ਹਰ ਇੱਕ ਚੀਜ਼ 28 ਤਰੀਕ ਤੋਂ ਬਾਅਦ ਜਿੱਦਾਂ ਹੀ ਤੁਹਾਡੇ ਫਾਈਨਲ ਖਤਮ ਹੁੰਦੇ ਆ ਪ੍ਰੀ ਬੋਰਡ ਉਸ ਤੋਂ ਬਾਅਦ ਆਪਾਂ ਇਸ ਪੀਐਮ ਸ਼੍ਰੀ ਦਾ ਮਟੀਰੀਅਲ ਜਿਹੜਾ ਤੁਹਾਨੂੰ ਦੱਸਿਆ ਹੋਇਆ ਸਾਰੇ ਦੇ ਸੋਲੂਸ਼ਨ ਆਪਾਂ ਪ੍ਰੋਵਾਈਡ ਕਰਾਂਗੇ ਚੈਪਟਰ ਵਾਈਜ਼ ਡੇਲੀ ਤੁਹਾਡੇ ਕੋਲ ਕੰਟੈਂਟ ਆਉਂਦਾ ਰਹੂਗਾ ਮੈਥ ਫਿਜ਼ਿਕਸ ਤੇ ਕੈਮਿਸਟਰੀ ਦਾ ਠੀਕ ਹੈ ਹੁਣ ਜ਼ਿਆਦਾ ਟਾਈਮ ਨਹੀਂ ਲਵਾਂਗੇ ਤੇ ਸਟਾਰਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਬਾਰ-ਬਾਰ ਫਿਰ ਤੁਹਾਨੂੰ ਲੱਭਣਾ ਨਹੀਂ ਹੈ ਚੈਨਲ ਰੈਂਡਮਲੀ ਤੁਹਾਨੂੰ ਮਿਲ ਗਿਆ ਹੋਏਗਾ ਸਟਾਰਟ ਕਰਾਂਗੇ ਪਹਿਲਾ ਕੁਐਸਚਨ ਹੈ ਚੂਜ਼ ਦਾ ਕਰੈਕਟ ਆਪਸ਼ਨ ਇਨ ਦਾ ਫੋਲੋਇੰਗ ਹੈ ਨਾ ਫੰਕਸ਼ਨ ਦਿੱਤਾ ਹੋਇਆ ਕਿਥੋਂ ਨੈਚੁਰਲ ਨੰਬਰ ਟੂ ਨੈਚੁਰਲ ਨੰਬਰ ਦੇ ਵਿੱਚ ਤੇ ਦੱਸਣਾ ਕਿ ਇਹ ਕਿਹੜਾ ਫੰਕਸ਼ਨ ਹੈ ਦੇਖੋ ਇੱਕ ਸਿੰਪਲ ਜੀ ਗੱਲ ਹੈ ਇੱਥੇ ਮੈਂ ਤੁਹਾਨੂੰ ਸਿੰਪਲ ਬਾਕਸ ਬਣਾ ਕੇ ਦਿਖਾਣਾ ਇਹ ਹੁੰਦੀ ਹੈ ਡੋਮੇਨ ਇਹ ਹੁੰਦੀ ਹੈ ਕੋਡੋਮੇਨ ਹੈ ਨਾ ਨੈਚੁਰਲ ਨੰਬਰ ਟੂ ਨੈਚੁਰਲ ਨੰਬਰ ਹੈ ਹੁਣ ਦੇਖੋ ਹਰ ਇੱਕ ਨੈਚੁਰਲ ਨੰਬਰ ਇੱਥੇ ਮੈਂ ਰੱਖਾਂ ਜਿਵੇਂ 1 ਰੱਖਾਂ 1 ਦਾ ਸਕੁਅਰ 1 + 1 ਕਿੰਨਾ ਆ ਜਾਊਗਾ 2 ਆ ਜਾਊਗਾ 2 ਰੱਖੂੰਗਾ 2 ਦਾ ਸਕੁਅਰ 4 + 5 ਆ ਜਾਊਗਾ ਯਾਨੀ ਹਰ ਇੱਕ ਐਲੀਮੈਂਟ ਦੀ ਉੱਥੇ ਇੱਕੋ ਹੀ ਇਮੇਜ ਹੈ ਹਰ ਇੱਕ ਐਲੀਮੈਂਟ ਦੀ ਕੀ ਮਿਲੂਗੀ ਇੱਕੋ ਹੀ ਯੂਨੀਕ ਇਮੇਜ ਮਿਲੂਗੀ ਠੀਕ ਹੈ ਇਹਦਾ ਮਤਲਬ 1 1 ਤਾਂ ਹੈ ਠੀਕ ਹੈ ਜੀ 1 1 ਤਾਂ ਹੋ ਗਿਆ ਹੁਣ 1 1 ਹੈ ਹੁਣ ਜਾਂ ਤਾਂ ਇਹ ਆਪਸ਼ਨ ਹੋਊਗਾ ਜਾਂ ਆ ਹੋਊਗਾ ਇਹ ਤਾਂ ਕੱਟ ਕੇ ਠੀਕ ਹੈ ਬੀ ਦੇਖਦੇ ਹਾਂ ਔਨ ਟੂ ਹੈ ਕਿ ਨਹੀਂ ਹੈ ਦੇਖੋ ਔਨ ਟੂ ਲਈ ਆਪਾਂ ਕੀ ਚੈੱਕ ਕਰਨਾ ਹੁੰਦਾ ਰੇਂਜ ਪਲੱਸ ਕੋਡਮੇਨ ਠੀਕ ਹੈ ਹੁਣ ਦੇਖੋ ਕੋਡਮੇਨ ਦੀ ਗੱਲ ਕਰਾਂ ਕੋਡਮੇਨ ਯਾਨੀ ਸੈਕੰਡ ਵਾਲਾ ਸੈਟ ਕੋਡਮੇਨ ਕੀ ਦਿੱਤੀ ਹੋਈ ਆ ਆਲ ਨੈਚੁਰਲ ਨੰਬਰ ਰੇਂਜ ਦਾ ਮਤਲਬ ਇਹਦਾ ਆਨਸਰ ਦੇਖੋ 1 ਐਡ ਕਰ ਰਹੇ ਹਾਂ ਤੁਸੀਂ ਖੁਦ ਸੋਚੋ ਕਿਸੇ ਸਕੁਅਰ ਕਰਨ ਤੋਂ ਬਾਅਦ 1 ਐਡ ਕਰ ਰਹੇ ਹੋ ਕਿਸੇ ਨੰਬਰ ਜਿਵੇਂ 1 ਦਾ ਸਕੁਅਰ ਕੀਤਾ 1 ਦਾ ਸਕੁਅਰ ਕਿੰਨਾ ਆ ਗਿਆ 1 ਇਸ ਤੋਂ ਬਾਅਦ ਕਿੰਨਾ ਆਊਗਾ 2 ਠੀਕ ਹੈ 1 ਐਡ ਕਰਨ ਤੋਂ ਬਾਅਦ ਹੁਣ 2 ਦਾ ਸਕੁਅਰ ਕਰੂੰਗਾ ਕਿੰਨਾ ਆ ਜਾਊਗਾ ਇੱਥੇ ਨੈਚੁਰਲ ਨੰਬਰ ਰੱਖਣਾ 2 ਦਾ ਸਕੁਅਰ 4 ਤੇ ਕਿੰਨਾ ਆ ਜਾਊਗਾ 5 ਤੇ ਵਿੱਚ ਵਾਲਾ ਨੰਬਰ 3 4 ਯਾਨੀ ਆ ਜਿਹੜਾ ਨੰਬਰ ਹੈ 3 4 ਇਹ ਤਾਂ ਰੇਂਜ ਦੇ ਵਿੱਚ ਆਨਸਰ ਨਹੀਂ ਆਣਾ ਇਹਦਾ ਮਤਲਬ ਕੋ ਡੋਮੇਨ ਤੇ ਰੇਂਜ ਆਪਸ ਦੇ ਵਿੱਚ ਇਕੁਅਲ ਨਹੀਂ ਹੈ ਅਗਰ ਕੋਡਮੇਨ ਰੇਂਜ ਆਪਸ ਇਕੁਅਲ ਨਾ ਹੋਵੇ ਤਾਂ ਫੰਕਸ਼ਨ ਔਨ ਟੂ ਨਹੀਂ ਹੁੰਦਾ ਇਹਦਾ ਮਤਲਬ ਫੰਕਸ਼ਨ ਜਸਟ ਕੀ ਹੈ 1 1 ਹੈ ਠੀਕ ਹੈ ਜੀ ਵੀਡੀਓ ਨੂੰ ਆਰਾਮ ਨਾਲ ਸਲੋ ਕਰਕੇ ਸੁਣ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਅਗਲਾ ਕੁਐਸਚਨ ਹੈ ਸਾਡੇ ਕੋਲ ਰਿਲੇਸ਼ਨ ਗਿਵਨ ਬਾਈ ਆਰ ਬੀ ਬੀ ਜੀ ਜੀ ਦਿਸ ਸੈੱਟ ਦਿੱਤਾ ਹੋਇਆ ਦੇਖੋ ਰਿਫਲੈਕਸਿਵ ਇਹ ਹੁੰਦਾ ਜਿਵੇਂ ਬੀ ਜੀ ਹੈ ਤਾਂ ਬੀ ਬੀ ਜੀ ਜੀ ਐਸ 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 ਦੇ ਵਿੱਚ ਹੈਗਾ ਨਹੀਂ ਤਾਂ ਰਿਫਲੈਕਸਿਵ ਤਾਂ ਸਟਾਰਟਿੰਗ 'ਚ ਕੈਂਸਲ ਹੋ ਗਿਆ ਤੇ ਇਕੁਇਲੈਂਸ ਵੀ ਤਾਂ ਹੋ ਨਹੀਂ ਸਕਦਾ ਅਗਰ ਰਿਫਲੈਕਸਿਵ ਨਹੀਂ ਹੈ ਸਮਝ ਗਏ ਹੁਣ ਕਿਹੜਾ ਹੋਊਗਾ ਦੇਖੋ ਇੱਥੇ ਕੀ ਹੈ ਜੀ ਐਸ ਦਿੱਤਾ ਹੋਇਆ ਜੀ ਐਸ ਦਾ ਉਲਟਾ ਕੀ ਹੈ ਐਸ ਜੀ ਗਿਵਨ ਹੈ ਨਾ ਏ ਬੀ ਇਹਦਾ ਉਲਟਾ ਮਿਲਿਆ ਯਾਨੀ ਇਹ ਕੀ ਹੋਣ ਵਾਲਾ ਸਿਮੈਟ੍ਰਿਕ ਹੋਣ ਵਾਲਾ ਹੁਣ ਬੱਚਿਆਂ ਦੇ ਦਿਲ 'ਚ ਆਉਂਦਾ ਟ੍ਰਾਂਜ਼ਿਟਿਵ ਕਿਉਂ ਨਹੀਂ ਹੈ ਸਰ ਇਹਨੂੰ ਵੀ ਐਕਸਪਲੇਨ ਕਰ ਦਿਓ ਕਿ ਸਾਨੂੰ ਕੋਈ ਇਹੋ ਜਿਹਾ ਐਲੀਮੈਂਟ ਤਾਂ ਨਿਖ ਨਹੀਂ ਰਿਹਾ ਜਿਵੇਂ ਟ੍ਰਾਂਜ਼ਿਟਿਵਲੀ ਹੁੰਦਾ ਏ ਬੀ ਮਿਲੇ ਬੀ ਸੀ ਮਿਲੇ ਇਹ ਕੱਢ ਦੇਵਾਂ ਤੇ ਏ ਸੀ ਮਿਲਣਾ ਚਾਹੀਦਾ ਤੁਸੀਂ ਕਹੋਗੇ ਸਰ ਦੇਖੋ ਜੀ ਐਸ ਹੈ ਐਸ ਜੀ ਹੈ ਤੇ ਮੈਂ ਐਸ ਕੱਢ ਦੇਵਾਂ ਤਾਂ ਜੀ ਜੀ ਦੇਖੋ ਮਿਲ ਤਾਂ ਰਿਹਾ ਸਰ ਟ੍ਰਾਂਜ਼ਿਟਿਵ ਕਿਉਂ ਨਹੀਂ ਹੈ ਬੱਚੇ ਇਹਨੂੰ ਉਲਟਾ ਕਰਕੇ ਦੇਖੋ ਕਿਵੇਂ ਐਸ ਜੀ ਹੈ ਆ ਦਿਖ ਰਿਹਾ ਐਸ ਜੀ ਲਿਖਿਆ ਐਸ ਲਿਖਿਆ ਇਹਦਾ ਉਲਟਾ ਦੇਖੋ ਜੀ ਐਸ ਇਹ ਵੀ ਤਾਂ ਹੈ ਤਾਂ ਜੀ ਜੀ ਕੱਢਦਾ ਤਾਂ ਐਸ ਐਸ ਵੀ ਤਾਂ ਹੋਣਾ ਚਾਹੀਦਾ ਕਿੱਥੇ ਐਸ ਐਸ ਨਹੀਂ ਹੈ ਦੈਟਸ ਵਾਈ ਇਟ ਇਜ਼ ਨਾਟ ਅ ਸਿਮੈਟ੍ਰਿਕ ਫੰਕਸ਼ਨ ਅੰਡਰਸਟੈਂਡ ਚਲੋ ਨੈਕਸਟ ਕੁਐਸਚਨ ਹੈ ਆ ਡਿਟਰਮਿਨੈਂਟ ਦਿੱਤਾ ਹੈ ਵੈਲਿਊ ਫਾਈਂਡ ਕਰਨੀ ਹੈ ਡਿਟਰਮਿਨੈਂਟ ਸੋਲਵ ਕਰਨਾ ਹੈ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾਵਾਂਗੇ ਬੱਚੇ ਕਿੰਨਾ ਆ ਜਾਏਗਾ ਮਾਈਨਸ ਦਾ 4 ਆ ਜਾਏਗਾ ਠੀਕ ਹੈ ਜੀ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾਉਂਗੇ ਮਾਈਨਸ ਇਹਨੂੰ ਮਲਟੀਪਲਾਈ ਕਰਾਉਂਗੇ ਕਿੰਨਾ ਆਏਗਾ -4x ਤਾਂ ਪਲੱਸ ਹੋ ਕੇ ਕਿੰਨਾ ਬਣ ਜਾਏਗਾ ਪਲੱਸ ਦਾ 4x ਇੱਕ ਸੈਕਿੰਡ ਰੁਕ ਜਾਓ ਆਪਾਂ ਇੱਥੇ ਕਰ ਲੈਂਦੇ ਹਾਂ ਇਹਨੂੰ ਠੀਕ ਹੈ ਇਹਦੇ ਤਾਂ ਅਸੀਂ 1 4 -x -4 ਠੀਕ ਹੈ ਜੀ ਡਿਟਰਮਿਨੈਂਟ ਇਜ਼ ਇਕੁਅਲ ਟੂ ਇੱਥੇ ਕਿੰਨਾ ਸੀਗਾ ਸਾਡੇ ਕੋਲ x4 8 -3 x4 8 -3 x ਦੀ ਵੈਲਿਊ ਸਿੰਪਲ ਸੋਲਵ ਕਰਨੀ ਹੈ ਮਲਟੀਪਲਾਈ ਕਰੋ ਕਿੰਨਾ ਆ ਜਾਏਗਾ -4 ਮਾਈਨਸ ਸਾਈਨ ਪਾਉਂਗੇ ਇੱਥੇ ਆ ਜਾਊਗਾ ਕਿੰਨਾ ਮਾਈਨਸ ਦਾ 4x ਇਜ਼ ਇਕੁਅਲ ਟੂ ਮਲਟੀਪਲਾਈ ਕਰਾਉਂਗੇ ਕਿੰਨਾ ਆ ਜਾਏਗਾ -3x -8 4 ਦਾ 32 ਮਾਈਨਸ ਇੱਥੇ ਕਰੋਗੇ ਕਿੰਨਾ ਆ ਜਾਏਗਾ ਪਲੱਸ ਦਾ 4x ਇਜ਼ ਇਕੁਅਲ ਟੂ -3x -32 ਫਰਦਰ ਸੋਲਵ ਕਰਨ ਤੋਂ ਬਾਅਦ ਦੇਖੋ 4x ਮਾਈਨਸ ਇਧਰ ਆ ਕੇ ਕਾਹਦਾ ਹੋ ਗਿਆ ਪਲੱਸ ਦਾ 3 ਹੈ ਕੈਲਕੂਲੇਸ਼ਨ ਫਾਸਟ ਕਰ ਰਹੇ ਹਾਂ ਕਿਉਂਕਿ ਪਲੱਸ 2 ਚੋਂ ਐਨੀ ਕੈਲਕੂਲੇਸ਼ਨ ਤਾਂ ਤੁਹਾਡੀ ਨਾਰਮਲੀ ਹੋਏਗੀ ਮਾਈਨਸ ਇਧਰ ਆ ਕੇ ਹੋ ਗਿਆ ਪਲੱਸ ਦਾ 4 ਕਿੰਨਾ ਆ ਗਿਆ 7x प्लस माइनस 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 का 28 आएगा 7 टेबल तक कटिंग करोगे एक्स की वैल्यू कितनी आ जाएगी सिंपली माइनस दा 4 आ जाएगी ठीक है जी कितने ऑप्शन है आप ऑप्शन बी इजी क्वेश्चन नैक्सट क्वेश्चन पर मूव करेंगे
ਇੱਕ ਚੀਜ਼ ਹੋਰ, ਇਸ ਤੋਂ ਬਾਅਦ 2 ਸੈਂਪਲ ਪੇਪਰ ਵੀ ਆਪਾਂ ਸੋਲਵ ਕਰਨੇ ਨੇ। ਇੱਦਾਂ ਨਹੀਂ ਹੈ ਕਿ ਤੁਹਾਨੂੰ ਬਸ ਇੱਕ ਪ੍ਰੀ ਬੋਰਡ ਲਈ ਮੋਡਲ ਟੈਸਟ ਪੇਪਰ ਹੀ ਮੈਂ ਸੋਲਵ ਕਰਕੇ ਦੇ ਰਿਹਾ। ਇੱਥੇ 2 ਸੈਂਪਲ ਪੇਪਰ ਹੋਰ ਵੀ ਪਏ ਨੇ ਮੇਰੇ ਕੋਲ, ਉਹ ਵੀ ਮੈਂ ਸੋਲਵ ਕਰਾਊਂਗਾ। ਆਈ ਐਮ 100% ਸ਼ੋਰ ਕਿ ਤੁਹਾਡਾ ਪ੍ਰੀ ਬੋਰਡ ਇਹ ਤਿੰਨਾਂ ਚੀਜ਼ਾਂ ਤੋਂ ਬਾਹਰ ਕੋਈ ਕੁਐਸਚਨ ਨਹੀਂ ਤੁਹਾਨੂੰ ਮਿਲੂਗਾ। ਤਾਂ ਹਰ ਇਸ ਤੋਂ ਬਾਅਦ ਵੀਡੀਓ ਨੂੰ ਸਬਸਕ੍ਰਾਈਬ ਰੱਖਣਾ ਕਿ 2 ਮੋਡਲ ਟੈਸਟ ਪੇਪਰ ਹੋਰ ਵੀ ਆਉਣਗੇ। ਐ ਨਹੀਂ ਹੈ ਕਿ ਬਸ ਇੱਕ 28 ਨੂੰ ਪੇਪਰ ਹੈ ਨਾ, 27 ਦਾ ਦਿਨ ਵੀ ਪਿਆ, ਆਰਾਮ ਨਾਲ ਥੋੜੀ ਰਿਵੀਜ਼ਨ ਵਧੀਆ ਹੋ ਜੂਗੀ ਐਂਡ ਤਸੱਲੀ ਬਖਸ਼। If the order of matrix A transpose is 2 cross 3, order of B is this, find the order of B transpose into A transpose। ठीक है, देखो B transpose, B ट्रांसपोज करूंगा ऑर्डर रिवर्स हो जाएगा, यानी B ट्रांसपोज का ऑर्डर कितना होगा 5 cross 3। ठीक है, तो इनटू करना कि A दे नाल A हुण ट्रांसपोज का ट्रांसपोज लैंदे A आंदा, हुण इहदा ट्रांसपोज करोगे कितना आ जाएगा, इहदा उल्टा 3 cross 2 आ जाएगा। समझ गए, 3 3 कट्टा है कितना आया 5, इतना 3 3 कट्टा जाएगा 5 cross 2 साडा ऑर्डर होएगा। समझ आई, बहुत ध्यान नाल करना है। y इज इक्वल टू लॉग x, डबल डेरिवेटिव 5 करना है। ठीक है, y इज इक्वल टू कितना आता है लॉग x, तो सानू फाइंड करने गया डबल डेरिवेटिव, कोई दिक्कत नहीं। लॉग x का डेरिवेटिव पहला सिंगल डेरिवेटिव करांगे, लॉग x का कितना हो गया 1/x, डबल डेरिवेटिव करना है, x कितने जाएगा ऊपर जाएगा माइनस दिया जू, हूँ इसका डेरिवेटिव करो, -1 मूरे आ गया, x की पावर कितनी होगी -2, एक कट जाएगी, यानी -1/x का स्क्वायर डबल डेरिवेटिव। केड़ा ऑप्शन है, ऑप्शन नंबर डी है। 6th देखो बच्चे साढ़े को क्रिटिकल पॉइंट ऑफ द फंक्शन f(x माइनस x² माइनस 10x + 2 ये ਆਪਾਂ ਕੀ फाइंड करने, क्रिटिकल पॉइंट फाइंड करने। बच्चे क्रिटिकल पॉइंट लिए कुछ नहीं होता, जस्ट सिंपली आप की करना डेरिवेटिव करना, की करोगे f'(x), डेरिवेटिव लोगे कितना आ जाएगा 2x माइनस ਇਹਦਾ डेरिवेटिव कितना आ जाएगा 10। क्रिटिकल पॉइंट लिए जस्ट आप जो डेरिवेटिव आंदा ਉਹਨੂੰ 0 ਦੇ इक्वल रखना है, तो x की वैल्यू सिंपली साढ़े को कितनी आ जाएगी 5 आ जाएगी। तो सिंपल आंसर कितना बन गया साढ़े को 5 बन गया। क्लीयर हो गया। क्वेश्चन नंबर 7 साढ़े को कहता e ਦੀ पावर 2 log x इज इक्वल टू, हाँ बच्चे ਇਹਦੀ इंटीग्रेशन ਆਪਾਂ सॉल्व करनी है, ये भी बड़ा देखो बच्चे किवें सॉल्व करोगे ਇਹਨੂੰ, ਇੱਥੇ ਕਿੰਨਾ ਸੀਗਾ ਆ ਸੀਗਾ क्वेश्चन। हाँ, इंटीग्रेशन ऑफ e 2 log x dx आई क्वेश्चन है साढ़े को, बिल्कुल आही है। आंसर बाद देखते हैं। देखो सानू पता है लॉग की प्रॉपर्टी मतलब फंक्शन होता है, इनू आप लिख सकते हैं लॉग एक्स दी जो 2 पे है पावर चला जाएगा। हूँ ई तो लॉग जिथे होंगे 1 होंगे, यानी सिंपली इतने बचा कि इंटीग्रेशन एक्स, हूँ एक्स की इंटीग्रेशन x³ / 3 प्लस द सी, बस आंसर लगा दो कितने x³ / 3 प्लस सी, ऑप्शन नंबर सी। नैक्सट है 7th क्वेश्चन, -121 x की पावर 2024। हाँ जी बच्चे इसकी आप करनी है इंटीग्रेशन करनी है, कोई गल नहीं, ईजी क्वेश्चन है। -121 x की पावर 2024, चलो और कुछ नहीं, प्रॉपर्टी ना सही, इतने आप आ तो करना ही आना है। x की पावर 20 इतने कितना आ जाएगा 25 अपॉन भी कितना आ जाएगा 25 आ जाएगा। ठीक है, उस तो बाद लिमिट रखनी है कि -121। ठीक है, चल पा दो 1025, लिमिट पाओगे 1, इतने कितना आ जाएगा 1 ही आ जाएगा। समझ रहे हो, इतने कितना आ जाएगा सिंपली आ लो एक बार कर लो 1 की पावर 2025 माइनस, ठीक है, हूँ इतने की पाओगे -1 की पावर 2025 आही पाओगे, तो 1/2025। हूँ 1 की पावर कुछ भी हो, ईवन हो ऑड हो, इतने 1 आ गया, हूँ ऑड पावर है तो इतने माइनस पावर आएगा, यानी कि हो जाएगा +1, यानी 1 + 1 कितना 2, 2/2025 रिक्वायर्ड आंसर 2 कितने है जी 2/2025। डिग्री ऑफ डिफरेंशियल इक्वेशन, डिग्री होंगी है हाईएस्ट ऑर्डर डेरिवेटिव की पावर, हाईएस्ट ऑर्डर डेरिवेटिव इतने 2 है, यदि पावर कितनी है 1 डिग्री आ गई साढ़े को। ऑर्डर पूछता तो ऑर्डर 2 होंगे। y = दिस इज आ सोल्यूशन ऑफ डिफरेंशियल इक्वेशन गिवन y, हूँ ये दसना है कि ये सोल्यूशन है y = 2x, कोई गल नहीं आप दस दें y = e की पावर 2x, इसका सिंगल डेरिवेटिव लो, सिंगल डेरिवेटिव लाओगे बच्चे इतने कितना देगा 2e की पावर 2x आ जाएगा। ठीक है जी, हूँ क्वेश्चन में देखो सारे भी डबल 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 डेरिवेटिव लगे हुए हैं, तो सिंगल है कोई गल नहीं, डबल डेरिवेटिव लाओगे कितना आ जाएगा इतने अगेन 4e की पावर 2x आ जाएगा। क्लीयर हो गया। ठीक है, तो उस तो बाद y डैश का भी इन्होंने यूज़ किया है, तो आप y डैश का भी बिल्कुल इतने यूज़ करांगे, क्योंकि देखो सारे ऑप्शन y डैश तो आपको मिल ही रहा है। ओके, लगा दें y डैश भी, तो देखो इनू 2 नू y डबल डैश = 2 × 2e की पावर 2x लिखना, कोई गलत नहीं, y डबल डैश = 2 e 2 × 2 की पावर x के बराबर सी y डैश से, तो y डबल डैश -2 y डैश = 0, एक ही हो गया था करेक्ट ऑप्शन। केड़ा देखो ऑप्शन नंबर डी। क्लीयर। क्वेश्चन नंबर 11th नंबर क्वेश्चन साढ़े को है a.b इज इक्वल टू -1/√3 a क्रॉस b का मैग्नीट्यूड। देखो कि सॉल्व करांगे a.b -1/√3 आई सी, हाँ ठीक है, मैग्नीट्यूड a क्रॉस b, ईजी क्वेश्चन है। इनू क्या लिखोगे a मैग्नीट्यूड b मैग्नीट्यूड कॉस ऑफ थीटा -1/√3, इनू क्या लिखोगे
ए मैग्नीट्यूड बी मैग्नीट्यूड साइन ऑफ थीटा। ठीक है जी, ए मैग्नीट्यूड बी मैग्नीट्यूड तो दोनों कट्टे जाएंगे, √3 ऊपर लै जाओ, √3 इधर कि आ जाऊगा माइनस ऑफ साइन थीटा अपॉन कॉस थीटा, साइन अपॉन कॉस की बन जाऊगा टैन थीटा, माइनस उधर कर दो कि आ जाएगा माइनस √3, टैन थीटा की वैल्यू कढ़नी है, माइनस √3 किहड़े एंगल से होंगी है टैन थीटा, इनू लिख लोगे माइनस टैन, टैन की वैल्यू 30 होंगी है साढ़े को 60 डिग्री थे, 60 मतलब π/3। ठीक है जी, हुण इनू सॉल्व करना थोड़ा जिहा क्योंकि डायरैक्ट टैन कट नहीं सकते। तो थीटा तुसीं किवें फाइंड करोगे, इनू लिख सकते हो टैन थीटा इज इक्वल टू टैन पाई माइनस π/3, चैक करो टैन पाई तो चेंज नहीं होता, टैन रहेगा π/3 आ जाएगा, सेकंड कोऑर्डिनेट टैन माइनस होता माइनस आ जाएगा। ठीक है, हम टैन और टैन कैंसिल कर लोगे, थीटा कितना आ जाऊगा 3π - π दैट इज 2π/3। तो वन सेकंड रिक्वायर्ड आंसर कितने आ गया 2π/3। ठीक है, बच्चे कदे कदे इनू π/3 ला देंगे, ध्यान रखना दा। ए डॉट बी इक्वल टू 0 दैन एंगल बिटवीन, देखो ए डॉट बी साढ़े को 0 कदों होंदा, या तो ए डॉट बी का फॉर्मूला की होंदा ए मैग्नीट्यूड बी मैग्नीट्यूड कॉस ऑफ थीटा। ठीक है, तो ये 0 कदों होंगे, या तो ए तो बी के हो 0 हो, या फिर जो थीटा एंगल हो कॉस थीटा 0 कदों होंदा जो थीटा कितना डिग्री हो 90, कॉस 90 कितना होंदा 0, तो एंगल कितना पूछा आया, तो एंगल कितना आ जाएगा π/2 आ जाएगा। डायरेक्शन रेशियो ऑफ द लाइन, देखो डायरेक्शन रेशियो लाइन की कढ़नी है, तेन थोड़ा सिंपल कर लो, पहला इक्वेशन की फॉर्म से रिप्रेजेंट करो कि दिती है इक्वेशन x माइनस 1/3 2y + 16 अपॉन 12 ਤੇ 1 - z अपॉन -7। ठीक है, साढ़े को लाइन की जी सिंपल इक्वेशन होंगी है x - x1 अपॉन a, y - y1 अपॉन b, तो z - z अपॉन की होंगी है c है। ये तो बिल्कुल ठीक लिखी हुई है, ये कोई दिक्कत नहीं है। अच्छा 2 कॉमन कर लो, 2 कॉमन करोगे बचेगा कितना y + 8 इज इक्वल टू 12, तो 2 के टेबल से y कट्टा जाएगा, ठीक है 6 से इतों माइनस कॉमन कटोगे कि z -1 -7 माइनस माइनस कट्टा जाएगा। हुण जो नीचे वाले नंबर बचे ने यही थोड़ी डायरेक्शन रेशियो ने क्योंकि सिंपल फॉर्म से चेंज हो गया, यानी 3,6,7 कितने देखो 3 6 7 पॉजिटिव दे ऑप्शन नंबर सी दे विच है। कॉमन एरिया ऑफ ईच कंस्ट्रेंट इज कॉल्ड, उन्होंने कहते बच्चे फिजिबल रीजन। प्रोबेबिलिटी ऑफ A 1/2 B इन्नी है, इंटरसैक्शन दी आए प्रोबेबिलिटी ऑफ A/B। हाँ जी, प्रोबेबिलिटी ऑफ A/B का साढ़े को फॉर्मूला होंगे प्रोबेबिलिटी ऑफ A इंटरसैक्शन B अपॉन प्रोबेबिलिटी ऑफ B। तो इंटरसैक्शन की प्रोबेबिलिटी कितनी की बना 1/5, B की प्रोबेबिलिटी की बना 3/8, तो रेसिप्रोकल करोगे 1/5 × 8/3 यानी 8/15। बी ऑप्शन रिक्वायर्ड है। उस तो बाद नैक्सट पार्ट फिलिंग द ब्लैंक स्टार्ट हो गया। कॉस इनवर्स कॉस हुंदे, देखो कॉस इनवर्स की जो साढ़े को रेंज होंगी है कितनी होंगी है 0 to लैके पाई होंगी है क्लोज इंटरवल है ना। हुण इनू देखोगे ये की है मतलब एक चीज़ होर ये भी देख लो, कॉस इनवर्स कॉस एक्स ये किहदे बराबर होंदा है, एक्स के बराबर होंदा है। ये कदों होंदा एक्स के बराबर जो इस रेंज के होवे। हुण तुसीं डायरैक्ट कट के इत्थे π/3 जो लिखता बस समझो खत्म, आंसर गेम ओवर होगी। तो इनू सैट करना पैना, पहला किवें सैट करना है, तो इस तरीके नाल करना है। देखो कॉस इनवर्स कॉस π/3 दिता है, ठीक है, इनू थोड़ा सिंपलीफाई करते हैं। क्या मैं देख ला कॉस इनवर्स कॉस, हम देखो इतने की लिखूंगा 2π, ठीक है, -π/3, ठीक है। हम चेक करो कि आ जाऊगा 6π - π 5π/3 लिख सकते हैं। हुण सानू पता है कॉस 2π - थीटा, कॉस 2π तो चेंज नहीं होता, कॉस ही रहा नाल कितना आता थीटा, ठीक है जी। कितना आ जाऊगा कॉस थीटा, यानी इतने कितना आ जाऊगा कॉस π/3। हुण आराम नाल कट सकते हो, आंसर कितना लिखोगे इतने तुसीं π/3 लिखोगे, कितना आएगा इतने आंसर π/3 रिक्वायर्ड आंसर। क्लीयर। ए मैट्रिक्स दी हुई है 2x3 ऑर्डर की, फाइंड आप करना एलीमेंट कितना 1, 2, तो इतने 1 पा दो तो 2 पा दो, पा दें माइनस मॉडलस ऑफ, तो इतने कितना आ गया 1, इतने कितना आ गया 2, तो -1 - 2 भाई कितना होंगे माइनस का 1 होंगे, मॉडलस का माइनस बाहर देना नहीं, यानी कि होगा प्लस का 1 बाहर वाले माइनस करके -1, तो करैक्ट ऑप्शन क्या होगा -1 आ गया, कि आ जाएगा -1। पेन चेंज करके लिख दिए -1 आएगा। क्लीयर। उस तो बाद π/4 to π/2 cot x की इंटीग्रेशन दसनी है, दस दो भाई की होंगी है π/4 to π/2 किनू इंटीग्रेट करना आप cot x ਨੂੰ इंटीग्रेट करना। हुण अगर तुहानूं पता होवे cot की इंटीग्रेशन की होंगी है, cot की इंटीग्रेशन होंगी है log sin x होंगी है, ठीक है, आती है ना। उस तो बाद π/4 तो याद रख लेना π/2, हुण वैल्यू पा दो कितनी आ जाएगी log sin π/2 माइनस log sin π/4। साइन 90 कितना होंगे 1, तो log 1 कितना होंगे 0, ये तो 0 हो गया, माइनस इतने π/4 लिखा, ठीक है। log साइन π/4 की वैल्यू कितनी होंगी है साढ़े को, 1/√2, तो यदा आंसर आप लिख देंगे -log 1/√2,
ਇਹ ਆਂਸਰ ਵੀ ਕਰੈਕਟ ਹੈ। ਜਾਂ ਤੁਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਹੋ, log m upon n ਦਾ ਫਾਰਮੂਲਾ ਲਗਾ ਦੋ, ਕੀ ਹੋ ਜਾਊਗਾ log 1 ਮਾਈਨਸ log रूट 2। ठीक है, ये आंसर दोनों करैक्ट ने। इत्थे भी छड्ड दोगे ना, ये आंसर थोड़ा गलत नहीं हो सकता, ब्लैंक्स के अंदर वो कट नहीं सकते। ठीक है, जिवें फिर इदां लिखोगे m upon n, तो log 1 कितना होंदा 0, तो आ माइनस करके प्लस हो गया, यानी log रूट 2। आंसर भी लिखोगे तो भी थोड़ा ठीक होना। एक होर फॉर्म नाल भी आंसर लिख सकते हो। तीजा तरीका की है, देखो ये MCQ बेसली बता रहे हैं, फिलहाल तो ये ब्लैंक्स के क्वेश्चन आ गया। ठीक है, ये आंसर भी लिखोगे वो गलत नहीं कर सकते ना, ਇਹਨੂੰ गलत कर सकते हैं। जे MCQ आ गया वो बंदा घुमा घुमा के दे सकता। आ 2 ਨੂੰ मैं पावर च लिख सकता 1/2, 1/2 की आ जाऊगी पावर मूरे आ जाऊगी, कि आ जाऊगा log 2। ਇਸ ਤੋਂ ਜ਼ਿਆਦਾ ਨਹੀਂ ਉਹ ਸੋਲਵ ਕਰਕੇ ਦੇ ਸਕਦੇ। ਆ ਤਿੰਨੇ ਦੇ ਤਿੰਨੇ ਆਂਸਰ ਮੇਰੇ ਠੀਕ ਨੇ। ਜਿਹੜਾ ਤੁਸੀਂ ਲਿਖਣਾ ਹੋਇਆ ਤੁਹਾਨੂੰ ਵਧੀਆ ਲੱਗਦਾ ਹੋਇਆ ਲਿਖ ਦਿਓ। ਮੈਂ ਇੱਥੇ 1/2 log 2 ਲਿਖ ਰਿਹਾ, ਜਿਹੜਾ ਫਾਈਨਲ ਆਂਸਰ ਮੈਂ ਕੱਢਿਆ ਹੋਇਆ ਅੰਡਰ ਸਟੈਂਡਿੰਗ। ਮਤਲਬ ਸਮਝ ਆ ਗਿਆ ਨਾ ਭਾਈ, ਮਜ਼ਾਕ ਤੇ ਚੱਲਦੇ ਰਹਿਣਗੇ। ਇਫ ਅ ਲਾਈਨ ਮੇਕਸ ਐਨ ਐਂਗਲ 135 90 ਵਿਦ x y z ਦੈਨ ਇਟਸ ਡਾਇਰੈਕਸ਼ਨ ਕੋਸਾਈਨ ਕੱਢਣਾ ਹੈ। ਡਾਇਰੈਕਸ਼ਨ ਕੋਸਾਈਨ ਕੀ ਹੁੰਦੀ ਹੈ? LMN ਦੀ ਵੈਲਿਊ ਹੁੰਦੀ ਹੈ। ਐਂਗਲ ਕਿੰਨਾ ਸੀਗਾ? 135 90 ਤੇ 45। ਹਾਂ 190 35 ਤੇ 45 ਸੀਗਾ। ਤੇ ਡਾਇਰੈਕਸ਼ਨ ਕੋਸਾਈਨ ਪਹਿਲਾ ਹੁੰਦਾ cos ਆਫ 135, m कितना आ जाऊगा cos ऑफ 90, n आ जाऊगा cos ऑफ 45। cos 45 की वैल्यू 1/√2, cos 90 की वैल्यू 0। cos 135 ਨੂੰ ਕੱਢਣਾ, ਇਹਨੂੰ ਕੀ ਲਿਖ ਲਓਗੇ 90 + 45। cos 90 ਤੇ ਚੇਂਜ ਹੋ ਗਿਆ ਕਿਹਦੇ ਵਿੱਚ? ਸਾਈਨ ਦੇ ਵਿੱਚ, ਤੇ ਨਾਲ ਕਿੰਨਾ ਆ ਗਿਆ 45। ਸੈਕੰਡ ਕੁਆਡਰੈਂਟ cos ਕੀ ਹੁੰਦਾ? ਨੈਗੇਟਿਵ, ਮਾਈਨਸ ਆ ਗਿਆ, -1/√2। ਤਾਂ ਆਂਸਰ ਹੋ ਜਾਊਗਾ -1/√2, 0, 1/√2। ਇਹ ਨੇ ਇਹਦੇ ਡਾਇਰੈਕਸ਼ਨ ਕੋਸਾਈਨਸ। ਠੀਕ ਹੈ ਜੀ, ਇੱਥੇ ਲਿਖ ਲਓ -1/√2, 0 ਤੇ 1/√2। these are its direction cosine। A and B are independent events। probability of A ਦਿੱਤੀ ਹੈ ਇੰਨੀ, B ਦਿੱਤੀ ਹੈ ਇੰਨੀ, ਇੰਟਰਸੈਕਸ਼ਨ ਦਿੱਤੀ ਹੈ। ਬੱਚੇ ਜੇ ਆਪਾਂ ਨੂੰ ਪਤਾ ਹੈ ਜੇ ਦੋ ਇਵੈਂਟ ਆਪਸ ਦੇ ਵਿੱਚ ਕੀ ਹੋਣ, ਇੰਡੀਪੈਂਡੈਂਟ ਹੋਣ, ਤਾਂ ਜਿਹੜੀ ਉਹਦੀ ਇੰਟਰਸੈਕਸ਼ਨ ਦੀ ਪ੍ਰੋਬੇਬਿਲਿਟੀ ਹੁੰਦੀ ਹੈ ਉਹ ਹੁੰਦੀ ਹੈ probability of A into probability of B ਦੇ ਬਰਾਬਰ। ਠੀਕ ਹੈ, ਇੰਟਰਸੈਕਸ਼ਨ ਦੀ ਪ੍ਰੋਬੇਬਿਲਿਟੀ ਕਿੰਨੀ ਦਿੱਤੀ ਹੈ? 0.12। A ਦੀ ਆਪਾਂ ਪ੍ਰੋਬੇਬਿਲਿਟੀ ਕੀ ਕਰਨੀ ਹੈ? ਫਾਈਂਡ ਕਰਨੀ ਹੈ। B ਦੀ ਕਿੰਨੀ ਦਿੱਤੀ ਹੈ? 0.3 ਦਿੱਤੀ ਹੋਈ ਆ। ਮਲਟੀਪਲਾਈ ਦੀ ਜਗ੍ਹਾ ਡਿਵਾਈਡ ਕਰੇਗਾ, ਯਾਨੀ 0.12 ਡਿਵਾਈਡ ਬਾਈ ਕਿੰਨਾ ਹੈਗਾ? 0.3। ਤੇ ਇੱਥੇ ਲਿਖ ਲਓਗੇ 0, ਕਿਉਂਕਿ ਪੁਆਇੰਟ ਤੋਂ ਬਾਅਦ ਸੇਮ ਅੱਖਰ ਨੇ ਤਾਂ ਹੀ ਕੱਟੋਗੇ। ਆ ਕੱਟੇ ਗਏ, ਹੁਣ ਕਟਿੰਗ ਕਰੋ। 6 ਦੇ ਟੇਬਲ ਤੇ ਕੱਟ ਦਈਏ, 6 ਦੇ ਟੇਬਲ ਤੇ 2, 6 ਦੇ ਟੇਬਲ ਤੇ 5, ਤਾਂ 2/5 ਕੀ ਹੋ ਗਿਆ? ਇਹਦਾ ਰਿਕੁਆਇਰਡ ਆਂਸਰ ਹੋ ਗਿਆ। ਠੀਕ ਹੈ ਜੀ, ਜਿੰਨੇ ਵੀ ਕੁਐਸਚਨ ਆਪਾਂ ਕਰ ਲਏ ਨੇ, ਕਿਸੇ ਵੀ ਕੁਐਸਚਨ 'ਚ ਤੁਹਾਨੂੰ ਫਰਦਰ ਕੋਈ ਡਾਊਟ ਹੈ ਨਾ, ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਆਪਣਾ ਡਾਊਟ। ਆਪਾਂ ਉਹਨੂੰ ਕੋਸ਼ਿਸ਼ ਕਰਾਂਗੇ ਨੈਕਸਟ ਪਾਰਟ ਦੇ ਵਿੱਚ ਕਲੀਅਰ ਕਰੀਏ। ਠੀਕ ਹੈ, ਤੇ ਆ ਆਪਣਾ ਫਸਟ ਪਾਰਟ ਜਿਹੜਾ 20 ਕੁਐਸਚਨ ਸੀਗੇ ਉਹਦਾ ਬੈਸਟ ਐਕਸਪਲੇਨੇਸ਼ਨ ਮੇਰੇ ਵੱਲੋਂ ਕੰਪਲੀਟ ਕਰ ਦਿੱਤੀ ਗਈ ਹੈ। ਜੇ ਤੁਹਾਨੂੰ ਕੁਐਸਚਨ ਸਾਰੇ ਸਮਝ ਆਏ ਨੇ, ਠੀਕ ਹੈ ਜੀ, ਤਾਂ ਵੀਡੀਓ ਨੂੰ ਹੁਣ ਐਂਡ 'ਚ ਆ ਕੇ ਤਾਂ ਲਾਈਕ ਕਰ ਦਿਓ। ਠੀਕ ਹੈ, ਤੇ ਇੱਕ ਕਮੈਂਟ ਹਾਰਟ ਵੀ, ਇੱਕ ਰੈੱਡ ਵਾਲਾ ਹਾਰਟ ਵੀ ਹੈ ਕਮੈਂਟ ਦੇ ਵਿੱਚ ਪਾ ਦਿਓ ਭਾਈ ਜੇ ਤੁਹਾਨੂੰ ਸਮਝ ਆਏ ਨੇ। ਠੀਕ ਹੈ, ਉਸ ਤੋਂ ਬਾਅਦ ਜੇ ਹੁਣ ਤੁਸੀਂ ਸੈਕਸ਼ਨ B ਜੇ ਤੁਹਾਨੂੰ ਚਾਹੀਦਾ, ਸੈਕਸ਼ਨ B C D ਵੀ ਤੁਹਾਨੂੰ ਚਾਹੀਦਾ ਕਿ ਭਾਈ ਇਹਦਾ ਵੀ ਜਲਦੀ ਤੋਂ ਜਲਦੀ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰ ਦੇਵਾਂ ਮੈਂ ਇਸੇ ਵੇ ਦੇ ਨਾਲ ਜਿਸ ਵੇ ਨਾਲ ਆਪਾਂ ਚੱਲ ਰਹੇ ਹਾਂ। ਤਾਂ ਵੀਡੀਓ ਦੇ ਨੀਚੇ ਬੱਚੇ ਤੁਸੀਂ ਕਮੈਂਟ ਕਰ ਦਿਓ ਸੈਕੰਡ ਪਾਰਟ। ਠੀਕ ਹੈ, ਬਸ ਇੰਨਾ ਲਿਖ ਦਿਓ ਸੈਕੰਡ ਪਾਰਟ। ਠੀਕ ਹੈ, ਸੈਕੰਡ ਪਾਰਟ ਦੇ ਵਿੱਚ ਆਪਾਂ ਦੇਖਾਂਗੇ ਜਿੰਨਾ ਵੀ B C D ਪਾਰਟ ਹੋਊਗਾ ਉਹਨੂੰ ਸੈਕੰਡ ਪਾਰਟ ਦੇ ਵਿੱਚ ਹੀ ਦੇ ਕੇ ਸਾਰਾ ਤੁਹਾਡਾ ਪੇਪਰ ਕਲੀਅਰ ਕਰ ਦਾਂਗੇ। ਤੇ ਜਿੰਨੇ ਜ਼ਿਆਦਾ ਕਮੈਂਟ ਹੋਣਗੇ ਉਨੀ ਜਲਦੀ ਆਪਾਂ ਪਾ ਦਾਂਗੇ। ਤੇ 2 ਸੈਂਪਲ ਪੇਪਰ ਹੋਰ ਆਪਾਂ ਡਿਸਕਸ ਕਰਨੇ ਨੇ, ਫਟਾਫਟ ਇਹਨੂੰ ਰਿਵਾਈਜ਼ ਕਰਕੇ ਨੀਚੇ ਤੁਸੀਂ ਕਮੈਂਟ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਨਾਲ ਵੀ ਇਹਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਫਿਜ਼ਿਕ ਕੈਮਿਸਟਰੀ ਦੇ ਨੋਟਸ, ਕਿਉਂਕਿ ਪੇਪਰ ਦਾ ਚਲੋ ਤੁਹਾਡਾ ਫਿਜ਼ਿਕ ਕੈਮਿਸਟਰੀ ਦਾ ਹੋ ਹੀ ਗਿਆ, ਵਧੀਆ ਹੀ ਹੋਇਆ ਹੋਣਾ, ਤੇ ਉਹਦੇ ਲਈ ਵੀ ਆਪਾਂ ਹੁਣ PM ਸੀਰੀਜ਼ ਸਟਾਰਟ ਕਰਨ ਲੱਗੇ ਹਾਂ। ਤਾਂ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬੱਚੇ।